ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਵੇਖਣ ਨੂੰ ਮੈਂ ਫਿਰ ਬੇਨਤੀ ਕੀਤੀ ਆ, ਬੜੇ ਜਣੇ ਜੁੱਤੀਆਂ ਗੰਢਦੇ ਸੀ ਬਨਾਰਸ ਦੇ ਵਿੱਚ ਹੀ, ਕਿੰਨੇ ਜਾਣੇ ਇੱਦਾਂ ਦੇ ਸੀ, ਪਰ ਉਹਨਾਂ ਦੇ ਵਿੱਚੋਂ ਭਗਤ ਇੱਕ ਬਣਿਆ। ਉਹ ਭਗਤ ਬਣੇ ਕੇਵਲ ਤੇ ਕੇਵਲ ਭਗਤ ਰਵਿਦਾਸ ਜੀ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸੰਸਾਰ ਦੇ ਵਿੱਚ ਉਹਦਾ ਨਾਮ ਭਗਤ ਪ੍ਰਸਿੱਧ ਹੋ ਗਿਆ। ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਪਾਣਾ ਗੰਢੇ ਰਾਹ ਵਿੱਚ, ਕੁਲਾ ਧਰਮ ਢੋਏ ਢੋਰ ਸਮੇਟਾ। ਪਾਣਾ ਜੋੜਿਆਂ ਨੂੰ ਕਿਹਾ ਜਾਂਦਾ, ਜੋੜੇ ਗੰਢਦਾ ਸੀ। ਪਾਣਾ ਗੰਢੇ ਰਾਹ ਵਿੱਚ, ਰਸਤੇ ਦੇ ਵਿੱਚ ਬੈਠਾ। ਤੁਹਾਡੇ ਸਾਹਮਣੇ ਇਮੇਜ ਆ ਜਾਂਦੀ ਹੈ। ਕੁਲਾ ਧਰਮ ਢੋਏ ਢੋਰ ਸਮੇਟਾ। ਉਹਦੇ ਕੁਲ ਦਾ ਧਰਮ ਕੀ ਸੀ, ਕੀ ਕਰਮ ਸੀ? ਢੋਏ ਢੋਰ, ਢੋਰ ਦਾ ਮਤਲਬ ਹੁੰਦਾ ਹੈ ਜਿਹੜੇ ਮਰੇ ਹੋਏ ਜਾਨਵਰ, ਉਹਨਾਂ ਨੂੰ ਢੋਂਦਾ ਹੁੰਦਾ ਸੀ, ਲੈ ਕੇ ਜਾਣਾ, ਸਮੇਟਦਾ, ਉਹਨਾਂ ਨੂੰ ਸੰਭਾਲਣਾ, ਇਹ ਉਹਨਾਂ ਦੇ ਕਾਰੋਬਾਰ ਸੀ। ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ। ਹੁਣ ਜਿੱਦਾਂ ਬੰਦਿਆਂ ਦਾ ਇਹੋ ਜਿਹਾ ਕਾਰੋਬਾਰ ਹੋਵੇ ਨਾ, ਤਾਂ ਤੁਸੀਂ ਵੇਖੋਗੇ ਬੰਦੇ ਸੋਚਦੇ ਵੀ ਜਿੱਦਾਂ ਦਾ ਕਾਰੋਬਾਰ ਹੈ ਸ਼ਾਇਦ ਬੰਦਾ ਵੀ ਇੱਦਾਂ ਦਾ ਹੀ ਹੋਵੇਗਾ। ਬਹੁਤੀ ਵਾਰ ਅਸੀਂ ਉਹ ਜਿਹੜੀ ਉਹਦੀ ਅਪੀਅਰੈਂਸ ਹੈ ਪਹਿਲੀ ਦੇਖਿਆ, ਉਹਦੇ ਵੱਲ ਵੇਖ ਕੇ ਉਹਦੇ ਬਾਰੇ ਸੋਚ ਲੈਣੇ ਵੀ ਬੰਦਾ ਅੰਦਰੋਂ ਵੀ ਇੱਦਾਂ ਦਾ ਹੀ ਹੋਵੇਗਾ। ਉਹ ਕਹਿੰਦੇ ਇੱਦਾਂ ਹੈ, ਜਿਉਂ ਕਰ ਮੈਲੇ ਚੀਥੜੇ। ਮੈਲੇ ਜੇ ਕੱਪੜੇ ਹੋਣ, ਗੰਦੇ ਜੇ ਕੱਪੜੇ ਹੋਣ ਨਾ, ਹੀਰਾ ਲਾਲ ਅਮੋਲ ਪਲੇਟਾ, ਤੇ ਉਸ ਮੈਲੇ ਜੇ ਕੱਪੜੇ ਦੇ ਵਿੱਚ ਇੱਕ ਹੀਰਾ ਲਪੇਟਿਆ ਹੋਵੇ। ਕੱਪੜੇ ਤੇ ਮੈਲੇ ਹੀ ਨੇ, ਪਰ ਅੰਦਰ ਇੱਕ ਹੀਰਾ ਬੜਾ ਕੀਮਤੀ ਹੈ। ਕਹਿੰਦੇ ਕੰਮ ਵੱਲ ਵੇਖੋਗੇ ਨਾ, ਤੇ ਬਾਬੇ ਰਵਿਦਾਸ ਦਾ ਕੰਮ ਵੇਖ ਕੇ ਬਹੁਤਿਆਂ ਨੂੰ ਇੰਝ ਆਵੇਗਾ ਵੀ ਲੈ ਇਹ ਕਿਹੜਾ ਕੰਮ ਕਰੀ ਜਾਂਦੇ ਨੇ, ਵੀ ਮਰੇ ਜਾਨਵਰ ਢੋਂਦੇ ਨੇ, ਹਾਲਾਂਕਿ ਉਹਨਾਂ ਦੀ ਕਿਰਤ ਹੈ। ਪਰ ਕਹਿੰਦੇ ਜਦੋਂ ਬਾਬੇ ਰਵਿਦਾਸ ਦੇ ਲਾਗੇ ਬੈਠੋਗੇ ਤੇ ਇੰਝ ਲੱਗੇਗਾ ਵੀ ਏਡੀ ਕੁੱਲ ਦੇ ਵਿੱਚ ਆਹ ਕਿੱਡੇ ਕਮਾਲ ਦਾ ਇੱਕ ਭਗਤ ਜੰਮ ਪਿਆ ਹੈ। ਹੀਰਾ ਲਾਲ ਅਮੋਲ ਪਲੇਟਾ, ਜਿੱਦਾਂ ਮੈਲੇ ਕੱਪੜਿਆਂ ਦੇ ਵਿੱਚ ਇੱਕ ਹੀਰਾ ਰੱਖ ਦਿੱਤਾ ਜਾਵੇ ਤੇ ਹੀਰਾ ਕੀਮਤੀ ਹੋ ਜਾਂਦਾ ਨਾ, ਇਸ ਨੀਵੀਂ ਸਮਝੀ ਜਾਂਦੀ ਕੁੱਲ ਦੇ ਵਿੱਚ ਬਾਬਾ ਰਵਿਦਾਸ ਇੱਦਾਂ ਦਾ ਹੈ, ਹੀਰਾ ਪੈਦਾ ਹੋ ਗਿਆ ਇਸ ਕੁੱਲ ਦੇ ਵਿੱਚ। ਫਿਰ ਚੌਂ ਵਰਨਾ ਉਪਦੇਸ਼ ਦਾ, ਗਿਆਨ ਧਿਆਨ ਕਰ ਭਗਤ ਸਹੇਟਾ। ਬਾਬਾ ਰਵਿਦਾਸ ਮੰਨੀ ਜਾਂਦੀ ਕੈਟਾਗਰੀ ਦੇ ਵਿੱਚੋਂ ਉਹ ਹੈ ਜਿਨ੍ਹਾਂ ਨੂੰ ਉਪਦੇਸ਼ ਲੈਣ ਦਾ ਵੀ ਹੱਕ ਨਹੀਂ ਹੈ। ਉਪਦੇਸ਼ ਦੇਣ ਦੀ ਤੇ ਗੱਲ ਬੜੀ ਦੂਰ ਦੀ ਆ, ਉਹ ਤੇ ਕਲਾਸ 'ਚ ਨਹੀਂ ਬੈਠ ਸਕਦੇ, ਵੀ ਤੁਸੀਂ ਸੁਣ ਵੀ ਨਹੀਂ ਸਕਦੇ, ਸੁਣਾਉਣ ਦੀ ਤੇ ਗੱਲ ਹੀ ਬੜੀ ਦੂਰ ਦੀ ਹੈ। ਪਰ ਮਾਲਕ ਨੇ ਕਿਰਪਾ ਕੀਤੀ ਚੌਂ ਵਰਨਾ ਉਪਦੇਸ਼ ਦਾ। ਉਹਦੇ ਕੋਲ ਚੌਹਾਂ ਵਰਨਾਂ ਦੇ ਲੋਕ ਆ ਕੇ ਬੈਠਦੇ ਨੇ, ਬ੍ਰਾਹਮਣ ਵੀ ਆ ਕੇ ਬੈਠਦੇ ਨੇ ਵੀ ਬਾਬਾ ਰਵਿਦਾਸ ਦੀ ਗੱਲ ਸੁਣੋ, ਇਹ ਰੱਬ ਦੀ ਗੱਲ ਕਰਦਾ ਹੈ। ਵੈਸ਼ ਖੱਤਰੀ ਸ਼ੂਦਰ ਤੇ ਬੈਠਦੇ ਹੀ ਨੇ। ਚੌਹਾਂ ਵਰਨਾ ਉਪਦੇਸ਼ ਦਾ, ਗਿਆਨ ਧਿਆਨ ਕਰ ਭਗਤ ਸਹੇਟਾ। ਉਹ ਫਿਰ ਕੀ ਹੈ? ਗਿਆਨ ਦੀਆਂ ਗੱਲਾਂ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਦੱਸਦਾ ਹੈ ਲੋਕਾਂ ਨੂੰ, ਧਿਆਨ ਦੀ ਭਾਵ ਕੇ ਭਗਤੀ ਦੀ ਜੁਗਤ ਦੱਸਦਾ ਹੈ, ਇਹ ਬਾਬਾ ਰਵਿਦਾਸ ਹੈ। ਫਿਰ ਇੱਕ ਦਿਨ ਜ਼ਿੰਦਗੀ ਦੇ ਵਿੱਚ ਹੋਰ ਵੀ ਗੱਲ ਵਾਪਰ ਗਈ। ਨਹਾਵਣ ਆਇਆ ਸੰਗ ਮਿਲ, ਬਨਾਰਸ ਕਰ ਗੰਗਾ ਥੇਟਾ। ਤੁਸੀਂ ਹੁਣ ਵੀ ਵੇਖੋ, ਇੱਕ ਦਿਨ ਹੁਣ ਵੀ ਨਿਕਲ ਕੇ ਗਿਆ ਜਿਹਨੂੰ ਮਕਰ ਸੰਕ੍ਰਾਂਤੀ ਦਾ ਦਿਨ ਕਿਹਾ ਜਾਂਦਾ। ਲੋਕੀ ਵੱਖ-ਵੱਖ ਨਦੀਆਂ ਦੇ ਉੱਤੇ ਨਹਾਉਣ ਨੂੰ ਬੜਾ ਪਵਿੱਤਰ ਮੰਨਦੇ ਨੇ, ਤੇ ਇੱਦਾਂ ਗੰਗਾ ਨਦੀ ਦੇ ਉੱਤੇ ਜਥੇ ਬਣਾ ਕੇ ਲੋਕ ਇਸ਼ਨਾਨ ਕਰਨ ਦੇ ਲਈ ਜਾਂਦੇ ਹੁੰਦੇ ਸੀ, ਕਿਉਂਕਿ ਬਾਬਾ ਰਵਿਦਾਸ ਤੇ ਬਨਾਰਸ ਦੇ ਰਹਿਣ ਵਾਲੇ ਸੀ। ਉਸ ਬਨਾਰਸ ਦੇ ਵਿੱਚ ਇੱਕ ਜਥਾ ਆਇਆ, ਗਰੁੱਪ ਆਇਆ ਗੰਗਾ ਦਾ ਇਸ਼ਨਾਨ ਕਰਨ ਦੇ ਲਈ ਸੀ। ਨਹਾਵਣ ਆਇਆ ਸੰਗ ਮਿਲ, ਬਨਾਰਸ ਕਰ ਗੰਗਾ ਬੇਟਾ, ਗੰਗਾ ਥੇਟਾ। ਉਹ ਗੰਗਾ ਦੇ ਉੱਤੇ ਜਿਹੜਾ ਸੀ ਉਹ ਆਏ ਸੀ ਵੀ ਇਸ਼ਨਾਨ ਕਰੀਏ, ਉਹ ਜਥਾ ਆਇਆ। ਕੱਢ ਕਸੀਰਾ ਸੌਂਪਿਆ, ਰਵਿਦਾਸੈ ਗੰਗਾ ਦੀ ਭੇਟਾ। ਹੁਣ ਕਹਿੰਦੇ ਨੇ ਵੀ ਇਸ ਸਾਖੀ ਨੂੰ ਪਹਿਲਾਂ ਚਲੋ ਅਸੀਂ ਅਰਥ ਕਲੀਅਰ ਕਰ ਲਈਏ, ਫਿਰ ਇਹਨਾਂ ਦੇ ਅਗਲੇ ਭਾਵ ਕੀ ਨੇ ਉਹ ਗੱਲ ਸਮਝ ਆ ਜਾਵੇਗੀ। ਕਹਿੰਦੇ ਵੀ ਬਾਬਾ ਰਵਿਦਾਸ ਦੇ ਕੋਲ ਉਹ ਜਥਾ ਆ ਕੇ ਬੈਠਿਆ, ਤੇ ਜਥਾ ਤੇ ਅੱਗੇ ਚੱਲ ਜਾਣਾ ਸੀ, ਤੇ ਬਾਬੇ ਰਵਿਦਾਸ ਨੇ ਆਪਣੀ ਕੋਲੋਂ ਨੇ ਇੱਕ ਭੇਟਾ ਕੱਢ ਕੇ ਦੇ ਦਿੱਤੀ ਵੀ ਆਹ ਜਿਹੜਾ ਧੇਲਾ ਹੈ ਨਾ, ਕੁਝ ਪੈਸਾ ਹੋਵੇਗਾ, ਕੁਝ ਸਿੱਕਾ, ਜੋ ਵੀ ਉਹਨਾਂ ਦੇ ਕੋਲ ਹੋਵੇਗਾ, ਉਹ ਰੱਖ ਦਿੱਤਾ ਵੀ ਜਥੇ ਨੂੰ ਕਹਿ ਦਿੱਤਾ ਵੀ ਆਹ ਤੁਸੀਂ ਲੈ ਜਿਓ ਉੱਥੇ। ਰਵਿਦਾਸ ਗੰਗਾ ਦੀ ਭੇਟਾ ਮੰਨਿਆ ਜਾਂਦਾ ਵੀ ਗੰਗਾ ਦੀ ਭੇਟ ਦੇਣਾ ਹੈ। ਪਹਿਲਾਂ ਅਸੀਂ ਅਰਥ ਕਰਦੇ ਪਏ ਹਾਂ, ਫਿਰ ਅਸੀਂ ਵਿਚਾਰਾਂਗੇ ਵੀ ਇਹਦਾ ਭਾਵ ਕੀ ਹੈ। ਲੱਗਾ ਪੁਰਬ ਅਬੀਚ ਦਾ, ਡਿੱਠਾ ਚਲਤ ਅਚਰਜ ਅਮੇਟਾ। ਹੁਣ ਜਿਹੜਾ ਉਹ ਸੰਗ ਆਇਆ ਸੀ ਨਾ, ਕਿਸੇ ਖਾਸ ਮੇਲੇ ਦੇ ਉੱਤੇ ਆਇਆ ਸੀ। ਤੁਸੀਂ ਵੇਖੋ ਜਿੱਦਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਮੱਸਿਆ ਵਾਲੇ ਦਿਨ ਲੋਕ ਜ਼ਿਆਦਾ ਹੁੰਦੇ ਨੇ ਨਾਰਮਲ ਦਿਨਾਂ ਦੇ ਨਾਲ, ਉਦੋਂ ਉਹ ਮੇਲਾ ਲੱਗਾ ਹੋਇਆ ਸੀ, ਖਾਸ ਦਿਨ ਸੀ, ਇਸ ਕਰਕੇ ਸੰਗਤ ਹੋਰ ਵੀ ਬਹੁਤ ਉੱਥੇ ਆਈ ਹੋਈ ਸੀ ਗੰਗਾ ਦੇ ਕੰਢੇ ਦੇ ਉੱਤੇ। ਲੱਗਾ ਪੁਰਬ ਅਬੀਚ ਦਾ, ਡਿੱਠਾ ਚਲਤ ਅਚਰਜ ਅਮੇਟਾ। ਲਿਆ ਕਸੀਰਾ ਹੱਥ ਕੱਢ, ਸੂਤ ਇੱਕ ਜਿਉਂ ਤਾਣਾ ਪੇਟਾ। ਹੁਣ ਅੱਖਰੀ ਅਰਥ ਇਹ ਕਹਿੰਦੇ ਨੇ ਵੀ ਜਿਸ ਜਥੇ ਨੂੰ ਬਾਬਾ ਰਵਿਦਾਸ ਨੇ ਸਿੱਕਾ ਦੇ ਕੇ ਭੇਜਿਆ ਸੀ, ਧੇਲਾ ਦੇ ਕੇ ਭੇਜਿਆ ਸੀ ਨਾ, ਤੇ ਜਦੋਂ ਉਹਨਾਂ ਨੇ ਉਹ ਅਰਪਣ ਕਰਨਾ ਸੀ ਤੇ ਗੰਗਾ ਨੇ ਹੱਥ ਕੱਢ ਕੇ ਤੇ ਉਹ ਸਿੱਕਾ ਲਿਆ। ਇਹ ਅੱਖਰੀ ਅਰਥ ਨੇ। ਤੇ ਇੱਦਾਂ ਹੈ ਵੀ ਸੂਤ ਇੱਕ ਜਿਉਂ ਤਾਣਾ ਪੇਟਾ, ਤੇ ਰੱਬ ਦੇ ਨਾਲ ਰਵਿਦਾਸ ਜੀ ਇੱਦਾਂ ਇੱਕਮਿਕ ਨੇ। ਜਿੱਦਾਂ ਸਾਡਾ ਕੱਪੜਾ ਤੇ ਇੱਕ ਹੀ ਹੁੰਦਾ,
ਧਾਗਾ ਤੇ ਇੱਕ ਹੀ ਹੁੰਦਾ, ਪਰ ਇਹਦੇ ਵਿੱਚ ਦੋ ਤਰੀਕੇ ਦਾ ਹੁੰਦਾ ਹੈ ਧਾਗਾ। ਜਦੋਂ ਕੱਪੜਾ ਬੁਣਿਆ ਜਾਂਦਾ ਹੈ ਵੀ ਇੱਕ ਰਾਈਟ ਟੂ ਲੈਫਟ ਹੁੰਦਾ ਤੇ ਇੱਕ ਅਪ ਟੂ ਡਾਊਨ ਹੁੰਦਾ, ਜਿਹਨੂੰ ਤਾਣਾ ਪੇਟਾ ਕਿਹਾ ਜਾਂਦਾ। ਕੱਪੜਾ ਤੇ ਇੱਕ ਹੀ ਹੁੰਦਾ ਹੈ। ਰੱਬ ਦੇ ਨਾਲ ਰਵਿਦਾਸ ਜੀ ਇੱਦਾਂ ਮਿਲੇ ਹੋਏ ਨੇ, ਤੇ ਜਿਹੜੀ ਉਹਨਾਂ ਨੇ ਭੇਟਾ ਦਿੱਤੀ ਸੀ ਨਾ, ਉਹ ਭੇਟਾ ਜਿਹੜੀ ਹੈ ਉਹ ਕੀ ਹੈ ਕਿ ਉਹ ਗੰਗਾ ਨੇ ਕਹਿੰਦੇ ਵੀ ਹੱਥ ਆਪ ਫੈਲਾ ਕੇ ਤੇ ਮੰਗ ਲਈ। ਹੁਣ ਕੀ ਹੈ, ਭਗਤ ਜਨਾ ਹਰ ਮਾਂ ਪਿਓ ਬੇਟਾ, ਵੀ ਰੱਬ ਜਿਹੜਾ ਹੈ ਉਹ ਰੱਬ ਦੇ ਭਗਤਾਂ ਦੇ ਲਈ ਹਰੀ ਹੈ, ਮਾਂ ਪਿਓ ਦੀ ਥਾਂ ਦੇ ਉੱਤੇ ਵੀ ਹੈ, ਰਿਸ਼ਤੇਦਾਰਾਂ ਦੀ ਥਾਂ ਦੇ ਉੱਤੇ ਵੀ ਹੈ, ਤੇ ਪਰਿਵਾਰ ਦੀ ਥਾਂ ਦੇ ਉੱਤੇ ਵੀ ਹੈ। ਇਹ ਆਖਰੀ ਅਰਥ ਨੇ। ਹੁਣ ਇੱਕ ਸਵਾਲ ਹੈ, ਇਹਨੂੰ ਸਮਝਿਓ, ਜਿਹਨੂੰ ਸਾਡੇ ਪੜ੍ਹਾਉਣ ਵਿੱਚ ਇੱਦਾਂ ਕਿਹਾ ਜਾਂਦਾ ਵੀ ਰੀਡ ਬਿਟਵੀਨ ਲਾਈਨਸ। ਜੋ ਸਾਹਮਣੇ ਲਿਖਿਆ ਹੁੰਦਾ ਹੈ ਉਹਨੂੰ ਨਹੀਂ ਪੜ੍ਹਨਾ ਹੁੰਦਾ, ਉਹਦੇ ਵਿੱਚ ਕੀ ਲਿਖਿਆ ਹੁੰਦਾ ਹੈ, ਉਹਦਾ ਭਾਵ ਕੀ ਹੁੰਦਾ ਹੈ, ਉਹਨੂੰ ਪੜ੍ਹਨਾ ਹੁੰਦਾ ਹੈ। ਔਰ ਜਿਹੜੇ ਬੰਦਿਆਂ ਨੂੰ ਇਹ ਨਹੀਂ ਪੜ੍ਹਨਾ ਆਉਂਦਾ, ਉਹ ਆਖਰੀ ਅਰਥਾਂ ਦੇ ਵਿੱਚ ਖੁੱਭ ਜਾਂਦੇ ਨੇ ਤੇ ਫਸ ਜਾਂਦੇ ਨੇ। ਭਾਈ ਗੁਰਦਾਸ ਸਾਹਿਬ ਨੇ ਜਿਹੜੀ ਗੱਲ ਲਿਖੀ ਹੈ, ਗੁਰਬਾਣੀ ਦਾ ਹਵਾਲਾ ਹੈ, 2-4 ਮਿੰਟ ਆਪ ਜੀ ਦੇ ਲਵਾਂਗਾ ਤਾਂ ਕਿ ਗੱਲ ਕਲੀਅਰ ਹੋ ਜਾਵੇਗੀ। ਉਹ ਇਹ ਹੈ, ਹੁਣ ਗੰਗਾ ਕੀ ਹੈ? ਗੰਗਾ ਹਿੰਦੁਸਤਾਨ ਦੀ ਉਹ ਨਦੀ ਮੰਨੀ ਜਾਂਦੀ ਹੈ ਜਿਹਦੇ ਵਿੱਚ ਮੰਨਿਆ ਜਾਂਦਾ ਹੈ, ਗੁਰਮਤਿ ਦਾ ਸੰਕਲਪ ਨਹੀਂ ਹੈ, ਇਹ ਬਾਬਾ ਰਵਿਦਾਸ ਦੀ ਗੱਲ ਹੈ, ਉਹ ਮੰਨਿਆ ਜਾਂਦਾ ਵੀ ਜਿਹੜਾ ਇਹਦੇ ਵਿੱਚ ਇਸ਼ਨਾਨ ਕਰੇ ਤੇ ਇਹਦੇ ਪਾਪ ਉਤਰ ਜਾਂਦੇ ਨੇ। ਇਹ ਸੁਣੀ ਹੋਵੇਗੀ ਤੁਸੀਂ ਵੀ ਗੱਲ। ਬਾਬਾ ਰਵਿਦਾਸ ਕੌਣ ਹੈ? ਮੰਨੀ ਜਾਂਦੀ ਬਰਾਦਰੀ ਦੇ ਵਿੱਚੋਂ ਜੋ ਸੋਸ਼ਲ ਸਟੇਟਸ ਹੈ ਬਾਬਾ ਰਵਿਦਾਸ ਦਾ, ਉਹ ਕੀ ਹੈ ਵੀ ਉਹਨੂੰ ਨੀਵੀਂ ਜਾਤੀ ਵਾਲਾ ਬੰਦਾ ਮੰਨਿਆ ਜਾਂਦਾ। ਹੁਣ ਗੱਲ ਸਮਝਾਉਣ ਦਾ ਤਰੀਕਾ ਸੀ ਸਾਡੇ ਪੁਰਾਣੇ ਸਾਖੀਕਾਰਾਂ ਦਾ, ਵੀ ਉਹਨਾਂ ਨੇ ਗੱਲ ਤੇ ਇਹ ਕਹਿਣੀ ਸੀ ਵੀ ਦੁਨੀਆ ਦੇ ਲੋਕੋ, ਤੁਸੀਂ ਬਨਾਰਸ ਦੇ ਵਿੱਚ ਆਉਂਦੇ ਜੇ ਤੇ ਗੰਗਾ ਨਦੀ ਦੇ ਇਸ਼ਨਾਨ ਕਰਨ ਆਉਂਦੇ ਜੇ, ਤੁਸੀਂ ਕਿਤੇ ਬਾਬੇ ਰਵਿਦਾਸ ਦੇ ਦਰਸ਼ਨ ਕਰ ਲਓ, ਉਹ ਗੰਗਾ ਤੋਂ ਵੀ ਜ਼ਿਆਦਾ ਪਵਿੱਤਰ ਹੋਇਆ ਪਿਆ ਹੈ। ਹੁਣ ਲੋਕਾਂ ਨੂੰ ਏਦਾਂ ਕਹਿੰਦੇ ਨਾ ਵੀ ਬਾਬੇ ਰਵਿਦਾਸ ਦੇ ਕੋਲੋਂ ਦਰਸ਼ਨ ਕਰ ਲਿਆ ਕਰੋ, ਤੁਹਾਡਾ ਗੰਗਾ ਨਦੀ ਦੇ ਵਿੱਚ ਨਹਾਉਣ ਤੋਂ ਵੀ ਚੰਗਾ ਕੰਮ ਹੈ ਵੀ ਤੁਸੀਂ ਬਾਬੇ ਰਵਿਦਾਸ ਦੇ ਕੋਲ ਬੈਠੋ। ਲੋਕਾਂ ਨੇ ਮੰਨਣਾ ਹੀ ਨਹੀਂ ਸੀ, ਕਿਉਂਕਿ ਲੋਕਾਂ ਨੂੰ ਫਿਰ ਸਮਝਾਇਆ ਉਹਨਾਂ ਨੇ। ਗੰਗਾ ਦੇ ਹੱਥ ਦੇ ਵਿੱਚੋਂ ਭੇਟਾ ਲੈਣ ਦਾ ਮਤਲਬ ਇਹ ਸੀ ਵੀ ਤੁਸੀਂ ਮੇਰੇ ਕੋਲ ਆਉਂਦੇ ਜੇ ਤੇ ਮੈਂ ਵੇਖੋ ਆਪਣੇ ਭਗਤ ਦਾ ਕਿੰਨਾ ਸਤਿਕਾਰ ਕਰਦੀ ਹਾਂ। ਤੁਸੀਂ ਬਨਾਰਸ ਦੇ ਵਿੱਚ ਗੰਗਾ ਦੇ ਵਿੱਚ ਆਏ ਜੇ, ਇਸੇ ਬਨਾਰਸ ਦੇ ਵਿੱਚ ਰਵਿਦਾਸ ਰਹਿ ਰਿਹਾ ਹੈ, ਤੁਸੀਂ ਉਹਦੇ ਵੱਲ ਕਿਉਂ ਨਹੀਂ ਜਾਂਦੇ? ਤੁਸੀਂ ਉਹਦੇ ਕੋਲ ਹੋਵੋ। ਕਿ ਤੀਰਥ ਅਸਥਾਨ ਵੀ ਜਿਹੜੇ ਨੇ ਉਹ ਭਗਤ ਦੀ ਰਿਸਪੈਕਟ ਕਰਦੇ ਨੇ। ਹੁਣ ਇਹਨੂੰ ਗੁਰਬਾਣੀ ਨੇ ਕਿੱਦਾਂ ਬੋਲਿਆ ਹੈ? ਸਤਿਗੁਰੂ ਕਹਿੰਦੇ ਨੇ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ। ਮਾਫ ਕਰਨਾ, ਇਹਨੂੰ ਸਮਝ ਲਿਓ, ਜਿੰਨੇ ਵੀ ਸਾਡੇ ਦੇਸ਼ ਦੇ ਧਾਰਮਿਕ ਅਸਥਾਨ ਜਿਹੜੇ ਪਾਣੀਆਂ ਦੇ ਕੰਢੇ ਦੇ ਉੱਤੇ ਬਣੇ ਨੇ, ਚਾਹੇ ਕਿਸੇ ਵੀ ਨਦੀ ਦੇ ਕੰਢੇ ਦੇ ਉੱਤੇ ਬਣੇ ਨੇ, ਉਹ ਤਾਂ ਬਣੇ ਨੇ ਉੱਥੇ ਸਾਧੂ ਆ ਕੇ ਵਸੇ ਸੀ। ਸਾਧੂਆਂ ਦੇ ਕਰਕੇ ਥਾਂ ਪਵਿੱਤਰ ਹੋਈ ਹੈ। ਬਾਅਦ ਦੇ ਵਿੱਚ ਸਾਧੂ ਚੜ੍ਹਾਈ ਕਰਕੇ ਤੇ ਥਾਵਾਂ ਇਕੱਲੀਆਂ ਰਹਿ ਗਈਆਂ, ਲੋਕੀ ਨਹਾ ਕੇ ਮੁੜ ਜਾਂਦੇ ਨੇ ਵੀ ਅਸੀਂ ਸਾਰਾ ਕੁਝ ਕਰ ਲਿਆ। ਨਹੀਂ, ਅਸਲ 'ਚ ਗੱਲ ਇਹ ਸੀ ਵੀ ਸਾਧੂਆਂ ਦੇ ਕੋਲ ਉੱਥੇ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਸੀ, ਅਸੀਂ ਵਿਚਾਰਾਂਗੇ। ਤੇ ਹੋਇਆ ਕੀ, ਗੰਗਾ ਜਮਨਾ ਗੋਦਾਵਰੀ ਸਰਸਵਤੀ ਇਹ ਹਿੰਦੁਸਤਾਨ ਦੀਆਂ ਮੁੱਖ ਨਦੀਆਂ ਨੇ। ਤੇ ਕਰੈ ਉਦਮ, ਉਹ ਉਦਮ ਕਰਦੀਆਂ ਨੇ, ਉਹ ਅਰਦਾਸ ਕਰਦੀਆਂ ਨੇ। ਕਾਹਦਾ ਉਦਮ ਕਰਦੀਆਂ ਨੇ? ਧੂਰ ਸਾਧੂ ਕੀ ਤਾਈ, ਉਹ ਸੋਚਦੀਆਂ ਨੇ ਵੀ ਸਾਨੂੰ ਵੀ ਸਾਧੂ ਦੀ ਧੂੜ ਮਿਲ ਜਾਵੇ। ਇਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ। ਤੇ ਕਰੈ ਉਦਮ ਧੂਰ ਸਾਧੂ ਕੀ ਤਾਈ। ਤੇ ਮਹਾਰਾਜ ਜੀ ਨੇ ਫਿਰ ਪੁੱਛ ਲਿਆ ਵੀ ਤੁਹਾਨੂੰ ਕੀ ਲੋੜ ਪੈ ਗਈ ਸਾਧੂ ਦੀ ਧੂੜੀ ਪ੍ਰਾਪਤ ਕਰਨ ਦੀ? ਤਾਂ ਕਹਿੰਦੇ ਅੱਗੋਂ ਜਵਾਬ ਦਿੰਦੀਆਂ ਨੇ, ਕਿਲਬਿਖ ਮੈਲ ਭਰੇ ਪਰੇ ਹਮਰੇ ਵਿੱਚ। ਵੀ ਦੁਨੀਆ ਦੇ ਲੋਕ ਜਿਹੜੇ ਨੇ ਨਾ, ਉਹ ਪਾਪਾਂ ਦੇ ਨਾਲ ਮੈਲਾਂ ਦੇ ਨਾਲ ਭਰੇ ਹੋਏ ਸਾਡੇ ਵਿੱਚ ਆ ਕੇ ਇਸ਼ਨਾਨ ਕਰ ਜਾਂਦੇ ਨੇ। ਵੀ ਉਹਨਾਂ ਨੂੰ ਇੰਝ ਲੱਗਦਾ ਵੀ ਇੱਥੇ ਆ ਕੇ ਇਸ਼ਨਾਨ ਕਰਾਂਗੇ ਤੇ ਸਾਡੇ ਪਾਪ ਧੋਤੇ ਜਾਂਦੇ ਨੇ। ਕਿਲਬਿਖ ਮੈਲ ਭਰੇ ਪਰੇ ਹਮਰੇ ਵਿੱਚ। ਹੁਣ ਜਿੰਨੀ ਉਹਨਾਂ ਨੇ ਤੇ ਆਪਣੇ ਵੱਲੋਂ ਮੈਲ ਲਾਤੀ ਹੈ ਨਾ, ਵੀ ਗੰਗਾ ਨਦੀ ਦੇ ਵਿੱਚ ਜਾਂ ਦੂਜੀਆਂ ਨਦੀਆਂ ਜਿਹੜੀਆਂ ਨੇ ਉਹਨਾਂ ਦੀ ਮੈਲ ਸਾਰੀ ਉੱਥੇ ਪਹੁੰਚ ਗਈ। ਵੀ ਲੋਕਾਂ ਦੇ ਸੁਰਖਰੂ ਹੋ ਗਏ ਵੀ ਆਪਾਂ ਮੈਲ ਲਾ ਲਈ ਹੈ, ਤੇ ਜਿਹੜੀ ਉੱਥੇ ਮੈਲ ਜਮ੍ਹਾਂ ਹੋਈ ਹੈ ਉਹ ਕਿੰਨੇ ਧੋਣੀ ਸੀ? ਕਿਲਬਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਨਦੀਆਂ ਇਹ ਕਹਿੰਦੀਆਂ ਨੇ ਲੋਕੀ ਤੇ ਆਪਣੀ ਮੈਲ ਇੱਥੇ ਲਾ ਕੇ ਜਾਂਦੇ ਨੇ, ਤੇ ਸਾਡੀ ਮੈਲ ਜਿਹੜੀ ਹੈ ਨਾ, ਉਹ ਰੱਬ ਦਾ ਭਗਤ ਜਿਹੜਾ ਸਾਧੂ ਹੁੰਦਾ ਨਾ, ਉਹ ਸਾਡੀ ਮੈਲ ਲਾ ਦਿੰਦਾ ਹੈ। ਇਸ ਕਰਕੇ ਅਸੀਂ ਚਾਹੁੰਦੀਆਂ, ਲੋਕੀ ਤੇ ਆਪ ਆਉਂਦੇ ਨੇ ਨਾ, ਪਰ ਅਸੀਂ ਕੀ ਚਾਹੁੰਦੀਆਂ ਹਾਂ? ਅਸੀਂ ਇਹ ਚਾਹੁੰਦੀਆਂ ਵੀ ਸਾਧੂ ਇੱਥੇ ਆ ਕੇ ਵਸੇ ਤਾਂ ਕਿ ਸਾਡੀ ਮੈਲ ਦੂਰ ਹੋ ਜਾਵੇ। ਕਿਲਬਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਜਿਹਨੂੰ ਬਾਬਾ ਕਬੀਰ ਸਾਹਿਬ ਇੱਥੋਂ ਤੱਕ ਕਹਿੰਦੇ ਨੇ, ਕਹਿ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ। ਮਰਦ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਮੈਨੂੰ ਇੱਕ ਗੱਲ ਦੱਸੋ ਵੀ ਤੀਰਥ ਅਸਥਾਨ ਵੱਡਾ ਹੈ ਕਿ ਜਿਹਦੇ ਕਰਕੇ ਤੀਰਥ ਅਸਥਾਨ ਬਣ ਗਿਆ ਹੈ ਉਹ ਵੱਡਾ ਹੈ? ਵੇਖਣ ਨੂੰ
ਸਾਡਾ ਘਰ ਸਾਡੇ ਨਾਲੋਂ ਕਿਤੇ ਵੱਡਾ ਹੈ ਸਾਈਜ਼ ਦੇ ਵਿੱਚ। ਅਸੀਂ ਕੀ ਹਾਂ, ਕਿੰਨਾ ਕੁ ਥਾਂ ਮਲਦੇ ਹਾਂ ਘਰ ਦੇ ਵਿੱਚ? ਚੱਲਦੇ ਹਾਂ ਤੇ 1.5 ਫੁੱਟ, ਲੰਮੇ ਪੈ ਜਾਂਦੇ ਹਾਂ ਤੇ ਜਿੰਨੀ ਸਾਡੀ ਹਾਈਟ ਹੈ 6 ਫੁੱਟ ਤੋਂ ਘੱਟ ਸਾਰੇ ਮਲਦੇ ਹਾਂ। ਕੋਈ ਵੱਧ ਵੀ ਮਲ ਲੈਂਦਾ ਹੋਵੇਗਾ, ਇੰਨੀ ਕੁ ਥਾਂ ਮਲਦੇ ਹਾਂ। ਤੇ ਘਰ ਸਾਡੇ ਸੁੱਖ ਨਾਲ ਵੇਖੋ ਕਿੱਡੇ ਕਿੱਡੇ ਵੱਡੇ ਨੇ, ਪਰ ਘਰ ਫਿਰ ਵੀ ਸਾਡੇ ਤੋਂ ਵੱਡਾ ਨਹੀਂ ਹੈ, ਕਿਉਂਕਿ ਇਹੋ ਜਿਹੇ ਘਰ ਅਸੀਂ ਕਈ ਬਣਾ ਸਕਦੇ ਹਾਂ। ਤੇ ਘਰ ਨੂੰ ਕਹਿ ਵੀ ਤੂੰ ਸਾਡੇ ਤੋਂ ਵੱਡਾ ਹੈ ਤੇ ਸਾਡੇ ਵਰਗਾ ਇੱਕ ਹੀ ਬਣਾ ਦੇ, ਕੀ ਬਣਾ ਸਕਦਾ ਹੈ? ਵੇਖਣ ਨੂੰ ਘਰ ਵੱਡਾ ਹੈ ਪਰ ਸਾਡੇ ਤੋਂ ਵੱਡਾ ਨਹੀਂ ਹੈ। ਉਸ ਘਰ ਦੇ ਵਿੱਚ ਵਿਚਰਦੇ ਹਾਂ, ਵੇਖਣ ਨੂੰ ਨਦੀਆਂ ਵੱਡੀਆਂ ਨੇ ਪਰ ਸਾਧੂ ਤੋਂ ਵੱਡੀਆਂ ਨਹੀਂ ਨੇ। ਬਾਬਾ ਕਬੀਰ ਕਹਿੰਦੇ, ਕਹਿ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਸੱਚੇ ਪਾਤਸ਼ਾਹ, ਤੀਰਥ ਸਥਾਨ ਵੱਡਾ ਹੈ ਕਿ ਹਰੀ ਦਾ ਸੇਵਕ ਵੱਡਾ ਹੈ? ਤੇ ਜਵਾਬ ਇਹੀ ਹੈ, ਹਰੀ ਦਾ ਸੇਵਕ ਵੱਡਾ ਹੈ। ਉਹਦੇ ਕਦਮਾਂ ਦੇ ਕਰਕੇ ਤੇ ਕਈ ਤੀਰਥ ਸਥਾਨ ਬਣ ਜਾਂਦੇ ਨੇ, ਜਿਹਨੂੰ ਅਸੀਂ ਇੱਦਾਂ ਵੀ ਪੜ੍ਹਦੇ ਹਾਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਆ ਮੋਤੀ ਨਗਰੀ ਹੈ। ਆਪਣੇ ਗੁਰਦੁਆਰੇ ਦੀ ਗੱਲ ਕਰ ਲਈਏ ਆਪਾਂ, ਜਿੰਨਾ ਕੁ ਮੈਂ ਸੁਣਦਾ ਹਾਂ, ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਕਲੀਅਰ ਕਰ ਦਿਓ ਵੀ ਜਿਹੜੇ ਪਾਰਟੀਸ਼ਨ ਤੋਂ ਬਾਅਦ 'ਚ ਬੰਦੇ ਇੱਥੇ ਆ ਕੇ ਬੈਠੇ, ਉਹਨਾਂ ਨੇ ਧਾਰਮਿਕ ਸਥਾਨ ਬਣਾਇਆ। ਸਾਹਮਣੇ ਮੰਦਿਰ ਵੀ ਉਹੀ ਹੈ ਵੀ ਉਹ ਪਾਰਟੀਸ਼ਨ ਤੋਂ ਬੰਦੇ ਆਏ ਤੇ ਉਹਨਾਂ ਨੇ ਬਣਾਇਆ ਸਥਾਨ। ਉਦੋਂ ਤੋਂ ਪਹਿਲਾਂ ਵੀ ਤਾਂ ਜ਼ਮੀਨ ਇੱਥੇ ਹੀ ਸੀ, ਕੌਣ ਮੱਥਾ ਟੇਕ ਕੇ ਲੰਘਦਾ ਸੀ? ਹੁਣ ਤੁਸੀਂ 2 ਮਿੰਟ ਬਾਹਰ ਨਿਕਲ ਕੇ ਵੇਖ ਲਓ, ਕਿੰਨੇ ਜਾਣੇ ਜਿਹੜੇ ਅੰਦਰ ਨਹੀਂ ਆਉਂਦੇ, ਸੜਕ ਤੇ ਖਲੋ ਕੇ ਮੱਥੇ ਟੇਕ ਕੇ ਜਾਂਦੇ ਨੇ। ਇਹ ਕਿਹਦੀ ਕਿਰਪਾ ਹੈ? ਇਹ ਸਾਧੂ ਦੀ ਕਿਰਪਾ ਹੈ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਹੈ। ਮੁੱਖ ਗੱਲ ਕੀ ਸੀ? ਇਹ ਨਹੀਂ ਸੀ ਕਹਾਣੀ ਵੀ ਗੰਗਾ ਨੇ ਬਾਂਹ ਕੱਢ ਕੇ ਤੇ ਧੇਲਾ ਫੜ ਲਿਆ, ਉਹ ਕੀ ਮਤਲਬ ਹੋਇਆ? ਉਹ ਨਹੀਂ ਹੈ। ਭਾਵ ਕੀ ਸੀ ਵੀ ਜਿਹੜੇ ਤੀਰਥਾਂ ਦੇ ਉੱਤੇ ਲੋਕ ਦੌੜਦੇ ਨੇ ਨਾ ਵੀ ਇੱਥੇ ਜਾਓ ਤੇ ਅਸੀਂ ਪਵਿੱਤਰ ਹੋ ਜਾਈਏ, ਉਹ ਤੀਰਥ ਅਸਥਾਨ ਜਿਹੜੇ ਨੇ ਨਾ, ਉਹ ਬਾਬੇ ਰਵਿਦਾਸ ਵਰਗੇ ਸਾਧੂਆਂ ਦੇ ਕਦਮਾਂ ਨੂੰ ਚੁੰਮਦੇ ਨੇ ਵੀ ਮੇਰੇ ਨਾਲੋਂ ਵੀ ਇੰਪੋਰਟੈਂਟ ਥਾਵਾਂ ਨੇ ਇਸ ਬਨਾਰਸ ਦੇ ਵਿੱਚ ਰਹਿਣ ਵਾਲੀਆਂ। ਬਾਬਾ ਰਵਿਦਾਸ ਵਰਗੇ, ਬਾਬਾ ਕਬੀਰ ਸਾਹਿਬ ਵਰਗੇ, ਇਹਨਾਂ ਦੇ ਕੋਲ ਜਾ ਕੇ ਬੈਠੋ। ਤਾਂ ਹੀ ਤੇ ਬਾਬਾ ਰਵਿਦਾਸ ਜੀ ਦੇ ਬਾਰੇ ਫਿਰ ਕਹਿ ਰਹੇ ਨੇ ਭਾਈ ਗੁਰਦਾਸ ਵੀ ਇਹ ਉਹ ਭਗਤ ਹੈ ਜਿਹੜਾ ਵੇਖਣ ਨੂੰ ਸਮਝ ਲਓ ਵੀ ਨੀਵੀਂ ਬਰਾਦਰੀ ਦੇ ਵਿੱਚੋਂ ਪੈਦਾ ਹੋਇਆ, ਪਰ ਸਮਝ ਲਓ ਹੀਰਾ ਪੈਦਾ ਹੋਇਆ। ਚਾਰੇ ਵਰਨਾਂ ਦੇ ਲੋਕ ਇਹਦੇ ਕੋਲ ਆ ਕੇ ਬੈਠਦੇ ਸੀ। ਭਗਤ ਜਨਾ ਹਰ ਮਾਂ ਪਿਓ ਬੇਟਾ, ਅਕਾਲ ਪੁਰਖ ਵਾਹਿਗੁਰੂ। ਅਕਾਲ ਪੁਰਖ ਵਾਹਿਗੁਰੂ ਦੇ ਭਗਤਾਂ ਦੇ ਲਈ ਸਾਰਾ ਕੁਝ ਹੈ। ਇਹ ਸਾਖੀ ਦਾ ਇੱਕ ਭਾਵ ਹੈ ਜਿਹੜਾ ਮੈਂ ਆਪ ਜੀ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ।